ਗੁਰੂ ਵਾਹਿਗੁਰੂ 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 ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹਿਲਾ ਤੀਜਾ। ਸੇ ਸੱਚ ਲਾਗੇ ਜੋ ਤੁਧ ਪਾਏ, ਸਦਾ ਸੱਚ ਸੇਵ ਹੈ ਸਹਿਜ ਸੁਭਾਏ। ਸੱਚੈ ਸ਼ਬਦ ਸੱਚਾ ਸਾਲਾਹੀ, ਸੱਚੈ ਮੇਲ ਮਿਲਾਵਨਿਆ, ਹੋ ਵਾਰੀ ਜੀਓ ਵਾਰੀ, ਸੱਚ ਸਲਾਹਨਿਆ, ਸੱਚ ਧਿਆਇਨ ਸੇ ਸੱਚ ਰਾਤੇ, ਸੱਚੇ ਸੱਚ ਸਮਾਵਨਿਆ, ਰਹਾਉ। ਜਹ ਦੇਖਾਂ ਸੱਚ ਸਭਨੀ ਥਾਈ, ਗੁਰ ਪ੍ਰਸਾਦੀ ਮਨ ਵਸਾਈ। ਤਿਨ ਸੱਚਾ ਰਸਨਾ ਸੱਚ ਰਾਤੀ, ਸੌਰੀ ਤਨ ਸੱਚਾ ਰਸਨਾ ਸੱਚ ਰਾਤੀ। ਸੱਚ ਸੁਨ ਆਖ ਵਖਾਨਣਿਆ, ਮਨਸਾ ਮਾਰ ਸੱਚ ਸਮਾਣੀ। ਇਨ ਮਨ ਡਿਠੀ ਸਭ ਆਵਨ ਜਾਣੀ, ਸਤਿਗੁਰ ਸੇਵੇ ਸਦਾ ਮਨ ਨਿਹਚਲ, ਨਿਜ ਕਰ ਵਾਸਾ ਪਾਵਨਿਆ, ਗੁਰ ਕੈ ਸ਼ਬਦ ਹਿਰਦੈ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ, ਸੱਚੋ ਸੱਚਾ ਵੇਖ ਸਾਲਾਹੀ, ਗੁਰ ਸ਼ਬਦੀ ਸੱਚ ਪਾਵਨਿਆ, ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ, ਹਰ ਨਾਮ ਸਮਾਲਹਿ ਸੇ ਵਡ ਭਾਗੀ,
सच्चै शब्द आप मिलाए, सच्चे शब्द आप मिलाए। सत संगत सच गुण गावनिया, सत संगत सच गुण गावणिया। लेखा पढ़िए जे लेखे विच होवै, ਲੇਖਾ ਪੜੀਐ ਜੇ ਲੇਖੇ ਵਿੱਚ ਹੋਵੈ। ਉਹ ਅਗਮ ਅਗੋਚਰ ਸ਼ਬਦ ਸੁਧ ਹੋਵੈ, ਉਹ ਅਗਮ ਅਗੋਚਰ ਸ਼ਬਦ ਸੁਧ ਹੋਵੈ। ਅਨ ਦਿਨ ਸੱਚ ਸ਼ਬਦ ਸਾਲਾਹੀ, ਅਨ ਦਿਨ ਸੱਚ ਸ਼ਬਦ ਸਾਲਾਹੀ। ਹੋਰ ਕੋਇ ਨ ਕੀਮਤ ਪਾਵਨਿਆ, ਹੋਰ ਕੋਈ ਨ ਕੀਮਤ ਪਾਵਣਿਆ। ਪੜ ਪੜ ਥਾਕੇ ਸ਼ਾਂਤ ਨ ਆਈ, ਪੜ ਪੜ ਥਾਕੇ ਸ਼ਾਂਤ ਨ ਆਈ। ਤ੍ਰਿਸ਼ਨਾ ਜਾਲੇ ਸੁਧ ਨ ਕਾਈ, ਤ੍ਰਿਸ਼ਨਾ ਜਾਲੇ ਸੁਧ ਨ ਕਾਈ। ਬਿਖ ਬਿਹਾਜੈ ਬਿਖ ਮੋਹ ਪਿਆਸੇ, ਨਿਖ ਬਿਹਾਜੇ ਨਿਖ ਮੋਹ ਪਿਆਸੇ। ਕੂੜ ਬੋਲ ਬਿਖ ਖਾਵਨਿਆ, ਕੂੜ ਬੋਲ ਬਿਖ ਖਾਵਣਿਆ। ਗੁਰ ਪ੍ਰਸਾਦੀ ਏਕੋ ਜਾਣਾ, ਗੁਰ ਪ੍ਰਸਾਦੀ ਏਕੋ ਜਾਣਾ। ਦੂਜਾ ਮਾਰ ਮਨ ਸੱਚ ਸਮਾਣਾ, ਦੂਜਾ ਮਾਰ ਮਨ ਸੱਚ ਸਮਾਣਾ। ਨਾਨਕ ਏਕੋ ਨਾਮ ਵਰਤੈ ਮਨ ਅੰਤਰ, ਨਾਨਕ ਏਕੋ ਨਾਮ ਵਰਤੈ ਮਨ ਅੰਤਰ। ਗੁਰ ਪ੍ਰਸਾਦੀ ਪਾਵਨਿਆ। ਗੁਰ ਪ੍ਰਸਾਦੀ ਪਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਪਿਛਲੇ ਸ਼ਬਦਾਂ ਦੇ ਵਿੱਚ ਆਪਾਂ ਚੱਲਦੇ ਆ ਰਹੇ ਹਾਂ, ਅੰਮ੍ਰਿਤ ਦੀ ਗੱਲ ਕਰ ਰਹੇ ਸੀ ਗੁਰੂ ਜੀ, ਫਿਰ ਅੰਮ੍ਰਿਤ ਮਨ ਵਿੱਚ ਵਸਣ ਦੀ ਗੱਲ ਹੋ ਰਹੀ ਸੀ, ਅੰਮ੍ਰਿਤ ਦੇ ਭਰੇ ਭੰਡਾਰ ਸੀ, ਮਤਲਬ ਉਹ ਸਾਰੇ ਸ਼ਬਦਾਂ ਵਿੱਚ ਗੁਰੂ ਅਮਰਦਾਸ ਨੂੰ ਸਮਝਾ ਰਹੇ ਸੀਗੇ। ਹੁਣ ਦੇਖੋ ਗੁਰੂ ਅਮਰਦਾਸ ਮਹਾਰਾਜ ਸਾਨੂੰ 119 ਨੰਬਰ ਪੰਨੇ ਤੇ ਮਾਝ ਰਾਗ ਵਿੱਚ ਸਮਝਾ ਰਹੇ ਨੇ, ਸੇ ਸੱਚ ਲਾਗੇ ਜੋ ਤੁਧ ਪਾਏ। ਜਿਹੜੇ ਉਸ ਪਰਮਾਤਮਾ ਨੂੰ ਭਾ ਜਾਂਦੇ ਨੇ ਸੋਹਣੇ ਕੰਮ ਕਰਦੇ ਕਰਦੇ, ਗੁਰੂ ਦੀ ਸਿੱਖਿਆ ਦੇ ਚੱਲਣ ਵਾਲੇ ਬੱਤੇ, ਪਿਛਲੇ ਸ਼ਬਦ ਕੋਲ ਇਹ ਗੱਲ ਵੀ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜੀਣਾ, ਪਰਮਾਤਮਾ ਦੇ ਨਾਮ ਅਨੁਸਾਰ ਜੀਵਨ ਜੀਣਾ, ਗੁਣਾਂ ਨੂੰ ਗ੍ਰਹਿਣ ਕਰਨਾ। ਜਿਹੜੇ ਵਿਅਕਤੀ ਜਾਂ ਜੋ ਵੀ ਉਸ ਪਰਮਾਤਮਾ ਨੂੰ ਭਾ ਜਾਂਦੇ ਹਨ, ਸੇ ਸੱਚ ਲਾਗੇ, ਉਹ ਸੱਚੇ ਕੰਮਾਂ ਵਿੱਚ ਲੱਗ ਜਾਂਦੇ ਹਨ, ਸੱਚ ਵਿੱਚ ਜੁੜ ਜਾਂਦੇ ਹਨ, ਸੱਚੇ ਕਾਰਜ ਸ਼ੁਰੂ ਕਰ ਦਿੰਦੇ ਹਨ। ਸਦਾ ਸੱਚ ਸੇਵੈ ਸਹਿਜ ਸੁਭਾਏ, ਉਹ ਸਦਾ ਹੀ ਸੱਚੇ ਕੰਮਾਂ ਵਿੱਚ ਲੱਗੇ ਰਹਿੰਦੇ ਹਨ, ਸਹਿਜ ਸੁਭਾਅ ਵਿੱਚ। ਭਾਵ ਉਹਨਾਂ ਦੀਆਂ ਆਦਤਾਂ ਹੀ ਐਸੀਆਂ ਬਣ ਜਾਂਦੀਆਂ ਨੇ ਕਿ ਉਹ, ਜੇ ਆਪਾਂ ਕਹਿੰਦੇ ਨੇ ਵੈਸੇ ਵੀ ਕੋਈ ਕਾਰਜ ਕਰਦੇ ਨੇ ਤਾਂ ਸੱਚੇ ਹੁੰਦਾ, ਭਾਵ ਉਹ ਸਹੀ ਕਾਰਜ ਹੀ ਕਰਦੇ ਨੇ। ਸੱਚ ਦਾ ਮਤਲਬ ਸਹੀ ਕੰਮ ਕਰਨਾ, ਸੱਚੇ ਕੰਮ ਕਰਨਾ ਮਤਲਬ ਸਹੀ ਕੰਮਾਂ ਵਿੱਚ ਕਰ ਲੱਗਿਆ ਰਹਿਣਾ, ਜਿਸ ਦਾ ਕਿਸੇ ਨਾ ਕਿਸੇ ਨੂੰ ਫਾਇਦਾ ਹੀ ਹੁੰਦਾ ਹੈਗਾ। ਮਤਲਬ ਸਹਿਜ ਸੁਭਾਅ ਉਹਨਾਂ ਦੀ ਆਦਤ ਬਣ ਜਾਂਦੀ ਹੈ। ਇੱਕ ਤਾਂ ਹੁੰਦਾ ਕਿਸੇ ਨੂੰ ਮੋੜ ਮੋੜ ਕੇ ਬਾਰ-ਬਾਰ ਕਹਿਣਾ ਵੀ ਟੂਟੀ ਬੰਦ ਕਰ ਲਓ, ਪਾਣੀ ਘੱਟ ਚਲਾਓ, ਪੈਰ ਚੱਕ ਕੇ ਤੁਰੋ, ਇੱਥੇ ਗੰਦ ਨਾ ਪਾਓ, ਸਫਾਈ ਵਧੀਆ ਰੱਖੋ। ਇੱਕ ਤਾਂ ਹੁੰਦਾ ਆਪਾਂ ਰੋਜ਼ ਕਹੀ ਜਾਂਦੇ ਹਾਂ, ਚਾਹੇ ਜਿੰਨੇ ਮਰਜ਼ੀ ਸਾਲ ਨਿਕਲ ਜਾਣ, ਹੈ ਨਾ। ਇੱਕ ਹੁੰਦੀਆਂ ਨੇ ਸਹਿਜ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈ, ਬਸ ਵੀ ਹੁਣ ਤਾਂ ਸੁਭਾਅ ਐਸਾ ਬਣ ਗਿਆ ਵੀ ਕਹਿਣ ਦੀ ਲੋੜ ਹੀ ਨਹੀਂ ਕਿਸੇ ਚੀਜ਼ ਨੂੰ। ਤਾਂ ਇੱਕ ਸੁਭਾਅ ਦੀ ਗੱਲ ਕਰਦੇ ਹਾਂ ਇੱਥੇ, ਠੀਕ ਹੈ ਜੀ। ਸੱਚੈ ਸ਼ਬਦ ਸੱਚਾ ਸਾਲਾਹੀ, ਕਹਿੰਦੇ ਸੱਚੇ ਸ਼ਬਦ ਦੁਆਰਾ, ਭਾਵ ਸੱਚੇ ਗਿਆਨ ਨੂੰ ਪੜ੍ਹਿਆ, ਅੰਦਰ ਗ੍ਰਹਿਣ ਕਰਿਆ, ਗੁਰੂ ਦੀ ਬਾਣੀ ਦੇ ਸੱਚ ਨੂੰ ਅੰਦਰ ਗ੍ਰਹਿਣ ਕਰਿਆ, ਫਿਰ ਸੱਚੇ ਦੀ ਸਲੋਣਾ ਹੋ ਸਕਦੀ ਹੈ। ਫਿਰ ਸੱਚੀ ਸਲੋਣਾ ਹੋ ਸਕਦੀ ਹੈ। ਝੂਠੀ ਸਲੋਣਾ ਕਰਦੇ ਹਾਂ ਨਾ ਆਪਾਂ, ਪਖੰਡ ਕਰਦੇ ਹਾਂ, ਕਰਮਕਾਂਡ ਕਰਦੇ ਹਾਂ, ਗੁਰੂ ਘਰ ਜਾਣ ਦਾ ਵੀ ਪਖੰਡ ਕਰਦੇ ਹਾਂ, ਅਖੰਡ ਪਾਠ ਵੀ ਕਰਾਉਂਦੇ ਹਾਂ, ਫਿਰ ਠੱਗੀਆਂ ਗਲਤ ਵਿਕਾਰਾਂ ਵੱਲ ਤੁਰੇ ਰਹਿੰਦੇ ਹਾਂ। ਇਹ ਹੈਗੀ ਹੈ ਝੂਠੀ ਸਲਾਹਨਾ। ਇਹ ਕਿਹੜੀ ਹੈ? ਵੀ ਗੁਰੂ ਘਰ ਵੀ ਜਾਣਾ, ਲੋਕਾਂ ਨਾਲ ਈਰਖਾ ਵੀ ਰੱਖਣੀ, ਗੁਰੂ ਘਰ ਜਾਣਾ, ਇੱਕ ਦੂਜੇ ਕਨੀ ਮੂੰਹ ਬਣਾਉਣਾ, ਨਿੰਦਿਆ ਚੁਗਲੀ ਜਾਂ ਮੇਰਾ ਮੇਰਾ ਕਰੀ ਜਾਣਾ ਸਾਰਾ ਦਿਨ। ਮਤਲਬ ਇਹ ਚੀਜ਼ਾਂ, ਜਾਂ ਹੋਰ ਕਰਮਕਾਂਡਾਂ ਵਿੱਚ ਪਏ ਰਹਿਣਾ, ਰਿਸ਼ਵਤਖੋਰੀ, ਮਤਲਬ ਜਿੰਨੇ ਵੀ ਤੁਸੀਂ ਸੋਚ ਸਕਦੇ ਹੋ, ਪੰਜੇ ਵਿਕਾਰਾਂ ਦੀ ਗੱਲ ਹੋ ਰਹੀ ਹੈ ਇੱਥੇ ਅਲੱਗ-ਅਲੱਗ ਤਰੀਕੇ ਨਾਲ। ਮਤਲਬ ਕਿ ਉਹ ਝੂਠੀ ਸਲਾਹਨਾ ਬਣ ਜਾਂਦੀ ਹੈ। ਉਹ ਕਿਹੜੀ ਸਲਾਹਨਾ ਬਣ ਜਾਂਦੀ ਹੈ? ਝੂਠੀ ਸਲਾਹਨਾ। ਵੀ ਅਖੰਡ ਪਾਠ ਵੀ ਬਹੁਤ ਕਰਾਏ ਜੀ, ਤੀਰਥ ਵੀ ਕੋਈ ਨਹੀਂ ਛੱਡਿਆ ਜੀ ਜਾਣ ਤੋਂ,
ਪਰ ਠੱਗੀਆਂ ਮਾਰਨ ਤੋਂ ਵੀ ਕੋਈ ਨਹੀਂ ਛੱਡਿਆ। ਭੈਣ ਭਾਈ ਦਾ ਹੀ ਠੱਗੀ ਮਾਰ ਲਈ, ਇੱਕ ਦੂਜੇ ਨਾਲ ਠੱਗੀ ਮਾਰ ਲਈ, ਬਾਕੀਆਂ ਤਾਂ ਬੜੀ ਦੂਰ ਦੀ ਗੱਲ ਹੈ। ਐਸੇ ਕੰਮ ਸੱਚਾ ਸ਼ਬਦ, ਕਹਿੰਦੇ ਜੇ ਸੱਚਾ ਸ਼ਬਦ ਗੁਰੂ ਦਾ ਸੱਚਾ ਗਿਆਨ ਅੰਦਰ ਵਸ ਜਾਊਗਾ ਨਾ ਤਾਂ ਸੱਚਾ ਸਾ ਲਾਹੀ, ਤਾਂ ਹੀ ਸੱਚੇ ਦੀ ਸਲਾਹਣਾ ਹੋ ਸਕਦੀ ਹੈ। ਉਸ ਪਰਮਾਤਮਾ ਦੀ ਸੇਵਾ ਤਾਂ ਹੀ ਕੋਈ ਕਰ ਸਕਦਾ ਜੇ ਅੰਦਰੋਂ ਸੱਚਾ ਹੋ ਜਾਵੇ। ਸੱਚੇ ਮੇਲ ਮਿਲਾਵਨਿਆ, ਫਿਰ ਉਹ ਸੱਚੇ ਨਾਲ ਮੇਲ ਮਿਲ ਜਾਂਦਾ ਹੈ, ਉਹ ਸੱਚੇ ਨਾਲ ਮਨ ਮਿਲ ਜਾਂਦਾ ਹੈ, ਇੱਕ ਮਿਕਤਾ ਹੋ ਜਾਂਦੀ ਹੈ। ਹਉ ਵਾਰੀ ਜੀਓ ਵਾਰੀ, ਗੁਰੂ ਜੀ ਕਹਿੰਦੇ ਮੈਂ ਵਾਰਨੇ ਜਾਂਦਾ ਹਾਂ, ਮੇਰੀ ਜ਼ਿੰਦਗੀ ਵਾਰਨੇ ਜਾਂਦੀ ਹੈ। ਸੱਚ ਸਲਾਹਣਿਆ, ਜਿਹੜੇ ਸੱਚ ਵਿੱਚ ਜੁੜ ਜਾਂਦੇ ਹਨ, ਸੱਚ ਦੀ ਹੀ ਸਰਾਹਨਾ ਕਰਦੇ ਹਨ, ਭਾਵ ਸੱਚ ਦਾ ਹੀ ਸਾਥ ਦਿੰਦੇ ਹਨ, ਸੱਚੇ ਕੰਮ ਹੀ ਕਰਦੇ ਹਨ, ਝੂਠ ਦਾ ਉਹ ਇੱਕ ਮਾੜਾ ਜਿਹਾ ਵੀ ਸਾਥ ਨਹੀਂ ਦਿੰਦੇ, ਉਹਨਾਂ ਤੋਂ ਵਾਰਨੇ ਜਾਂਦਾ ਹਾਂ। ਸੱਚ ਤੇ ਆਇਨ ਸੇ ਸੱਚ ਰਾਤੇ, ਜਿਹੜੇ ਸੱਚ ਦਾ ਧਿਆਨ ਲਗਾਉਂਦੇ ਨੇ, ਸੱਚ ਧਿਆਨ, ਜਿਨ੍ਹਾਂ ਦੇ ਧਿਆਨ ਵਿੱਚ ਕੀ ਹੈ, ਨਾ ਕਿ ਝੂਠ, ਹੋਰ ਗੱਲਾਂ, ਹੋਰ ਸਿਰਫ ਸੱਚ ਹੀ ਅੰਦਰ ਵਸਿਆ ਹੋਇਆ ਹੈ। ਸੱਚ ਧਿਆਨ ਸੇ ਸੱਚ ਰਾਤੇ, ਉਹ ਸੱਚ ਵਿੱਚ ਇੱਕਮਿਕ ਹੋ ਜਾਂਦੇ ਨੇ, ਰਾਤੇ ਲਬਰੇਜ ਹੋ ਜਾਂਦੇ ਨੇ, ਇੱਕਮਿਕ ਹੋ ਜਾਂਦੇ ਨੇ। ਸੱਚੇ ਸੱਚ ਸਮਾਵਨਿਆ, ਉਹ ਸੱਚੇ ਬਣ ਕੇ ਉਹ ਸੱਚ ਦਾ ਹੀ ਰੂਪ ਹੋ ਜਾਂਦੇ ਨੇ। ਤਾਂ ਹੁਣ ਦੇਖੋ ਕਿੰਨੇ ਸ਼ਬਦ ਆਪਾਂ ਹੁਣ ਤੱਕ ਪੜ੍ਹ ਚੁੱਕੇ ਹਾਂ। ਗੁਰੂ ਜੀ ਸਾਨੂੰ ਕੀ ਬਣਨ ਨੂੰ ਕਹਿ ਰਹੇ ਨੇ, ਸੱਚ। ਕਿੰਨੀ ਵਾਰ ਆ ਚੁੱਕਿਆ ਇਹ, ਗਿਣਤੀ ਹੋਈ ਇਸ ਚੀਜ਼ ਦੀ? ਹੈ ਤਾਂ ਆਪਾਂ 119 ਨੰਬਰ ਪੰਨੇ 'ਤੇ ਆ, 1429 ਤੱਕ ਜਾਣਾ ਆਪਾਂ ਨੇ, 1400, ਕਿਉਂਕਿ ਗੁਰੂ ਦੀ ਬਾਣੀ ਕਿਹੜੇ ਸ਼ਬਦ ਤੱਕ ਹੈ, 29 ਤੱਕ। ਅੱਗੇ ਤਾਂ ਰਾਗ ਰਾਗਣੀ ਆ ਜਾਂਦੇ ਨੇ, ਉਹ ਦੇਖਣ ਨੂੰ ਗੁਰੂ ਦੀ ਬਾਣੀ ਨਹੀਂ ਲੱਗਦੇ ਹੈ, ਨਾ ਹੀ ਉਹ 'ਚ ਕੋਈ ਸਿੱਖਿਆ ਹੈ ਕਿਸੇ ਤਰੀਕੇ ਦੀ। ਠੀਕ ਹੈ ਜੀ, ਜਿੱਥੇ ਤੱਕ ਗੁਰੂ ਦੀ ਬਾਣੀ ਹੈ ਤੁਸੀਂ ਦੇਖੋ ਕਿੰਨੇ ਹਜੇ ਪੰਨੇ ਪਏ ਨੇ, ਹਜੇ ਆਪਾਂ ਮਤਲਬ ਕਿ 14ਵੇਂ ਹਿੱਸੇ 'ਤੇ ਹੈ। ਪਰ ਗੁਰੂ ਸਾਨੂੰ ਕਿੱਧਰ ਨੂੰ ਜੋੜ ਰਹੇ ਨੇ, ਬਾਰ-ਬਾਰ ਘੁਮਾ ਫਿਰਾ ਕਿੱਥੇ ਲੈ ਕੇ ਆ ਰਹੇ ਸਾਨੂੰ ਗੁਰੂ ਜੀ, ਸੱਚ ਬਣਨ ਵਾਸਤੇ। ਕੀ ਬਣਨ ਵਾਸਤੇ, ਕੀ ਬਣਨ ਵਾਸਤੇ, ਸੱਚ ਕੀ ਹੈ, ਸੱਚ ਕੀ ਹੈ, ਅਸੀਂ ਸੱਚ ਨਾਲ ਕਿਵੇਂ ਜੁੜਾਂਗੇ, ਦੱਸੋ ਬੋਲ ਕੇ ਫਟਾਫਟ। ਜਿਵੇਂ ਤੁਸੀਂ ਕਹਿੰਦੇ ਮੈਂ ਇੱਕ ਤੇ ਦੋ ਜਵਾਬ ਦੇ ਸਕਦੇ ਹਾਂ, ਅਸੀਂ ਤਾਂ ਇੱਥੇ ਵੀ 10-12 ਜਵਾਬ ਇਕੱਠੇ ਦੇ ਦਿਆ ਕਰੋ। ਸੱਚ ਦਾ ਮਤਲਬ ਕੀ ਹੈ, ਤੇ ਉਹ ਅਨਦਿਨ ਹਰ ਰੋਜ਼ ਗੁਰੂ ਦੀ ਸਿੱਖਿਆ ਨੂੰ ਮਾੜੇ ਸਮੇਂ 'ਤੇ ਯਾਦ ਰੱਖੀ ਜਾਣਾ, ਤਾਂ ਹੀ ਅਸੀਂ ਸੱਚਾ ਰੂਪ ਹੋ ਸਕਦੇ ਹਾਂ। ਪਰ ਅਸੀਂ ਯਾਦ ਕੀ ਰੱਖਦੇ ਹਾਂ, ਕੀ ਯਾਦ ਰੱਖਦੇ ਹਾਂ, ਪੜ੍ਹਾਈ ਤੋਂ ਭੱਜਣਾ, ਹੈ ਨਾ ਜੀ। ਇਕੱਠੀਆਂ ਕਲਾਸਾਂ ਆ ਗਈਆਂ, ਜੋ ਇਕੱਠੀ ਫਿਲਮਾਂ ਚੱਲ ਜਾਂਦੀਆਂ 3-3 4-4, ਉਹਦਾ ਫਾਇਦਾ ਜਾਂ ਨੁਕਸਾਨ ਹੈ, ਪੜ੍ਹਨ ਦਾ ਫਾਇਦਾ ਜਾਂ ਨੁਕਸਾਨ ਹੈ, ਤੂੰ ਦੱਸ। ਫਿਰ ਫਾਇਦਾ ਦੀ ਚੀਜ਼ ਤੋਂ ਦੁਖੀ ਕਾਹਦਾ ਹੁੰਦੇ ਆਪਾਂ। ਚਲੋ, ਤਾਂ ਇਹੀ ਸੱਚ ਔਰ ਝੂਠ ਦੀ ਪਹਿਚਾਣ ਕਰਨੀ ਹੈ, ਵੀ ਸੱਚ ਕੀ ਹੈ ਅਤੇ ਝੂਠ ਕੀ ਹੈ, ਜਿਸ ਨਾਲ ਸਾਡੇ ਜੀਵਨ 'ਚ ਵਧੀਆ ਪਰਿਵਰਤਨ ਆਉਣ ਅਤੇ ਜਿਹਦੇ ਨਾਲ ਅਸੀਂ ਦੂਜਿਆਂ ਦਾ ਫਾਇਦਾ ਕਰ ਸਕੀਏ। ਉਹ ਪਰਿਵਰਤਨਾਂ ਦਾ ਉਹ ਕੀ ਹੈ, ਉਹ ਗੁਰੂ ਤੋਂ ਪ੍ਰਾਪਤ ਹੁੰਦਾ ਸੱਚ। ਜਿਸ ਨਾਲ ਆਪਣਾ ਵੀ ਨੁਕਸਾਨ ਹੋਵੇ ਅਤੇ ਦੂਜਿਆਂ ਦਾ ਵੀ ਨੁਕਸਾਨ ਹੋਵੇ, ਉਹ ਕੀ ਹੈ, ਝੂਠ। ਉਹਨੂੰ ਅਸੀਂ ਛੱਡਣਾ ਹੈ। ਕੀ ਕਰਨਾ ਹੈ, ਛੱਡਾਂਗੇ, ਛੱਡਾਂਗੇ। ਚਲੋ ਪ੍ਰਣ ਕਰਿਆ ਕਰੋ ਸਾਰੇ ਬੰਦੇ, ਜੇ ਬੈਠੇ ਆ ਤਾਂ ਪ੍ਰਣ ਕਰੀਏ।
ਰਹਾਉ। ਜਹ ਦੇਖਾਂ ਸੱਚ ਸਭਨੀ ਥਾਈ। ਗੁਰੂ ਜੀ ਕਹਿੰਦੇ ਜਿੱਥੇ ਵੀ ਮੈਂ ਦੇਖਦਾ ਹਾਂ ਸਾਰੇ ਕਿਤੇ ਸੱਚ ਦਾ ਹੀ ਪਸਾਰਾ ਹੈ। ਸੱਚ ਸਭਨੀ ਥਾਈ, ਸੱਚ ਦਾ ਹੀ ਪਸਾਰਾ ਹੈ। ਭਾਵ ਇਹ ਪਰਮਾਤਮਾ ਦਾ ਹੀ ਰੂਪ ਹੈ ਸਾਰਾ। ਗੁਰ ਪ੍ਰਸਾਦੀ ਮਨ ਵਸਾਈ। ਪਰ ਇਹ ਮਨ ਵਿੱਚ ਗੱਲ ਤਾਂ ਵਸਦੀ ਹੈ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ। ਗੁਰੂ ਅਨੁਸਾਰ ਆਪਣਾ ਜੀਵਨ ਅਸੀਂ ਜਿਉਂਦੇ ਹਾਂ। ਤਨ ਸੱਚਾ, ਫਿਰ ਕੀ ਹੋ ਜਾਂਦਾ? ਸਾਡਾ ਤਨ ਸੱਚਾ ਹੋ ਜਾਂਦਾ ਹੈ। ਰਸਨਾ ਸੱਚ ਰਾਤੀ, ਮਤਲਬ ਜੀ ਰਸਨਾ ਸੱਚ ਰਾਤੀ, ਜੀਭ ਵੀ ਸਾਡੀ ਸੱਚੀ ਰੰਗ ਵਿੱਚ ਰੰਗੀ ਜਾਂਦੀ ਹੈ। ਇਹਦਾ ਮਤਲਬ ਕੀ ਹੋਇਆ? ਤਨ ਸੱਚਾ ਦਾ ਮਤਲਬ ਕੀ ਹੋਇਆ ਪਹਿਲਾਂ ਦੱਸੋ? ਹਾਂ, ਉਹਦਾ ਮਤਲਬ ਕੀ ਹੋਇਆ? ਕਿਵੇਂ ਪਤਾ ਲੱਗੂ ਤਨ ਸੱਚਾ ਹੋ ਗਿਆ? ਹਰ ਕੰਮ ਚੰਗੇ ਕਰੂਗਾ, ਹਰ ਇੱਕ ਚੀਜ਼ ਦਾ ਧਿਆਨ ਰੱਖੂਗਾ, ਪਰਮਾਤਮਾ ਦੇ ਪਾਣੀ ਦਾ ਵੀ, ਪਰਮਾਤਮਾ ਦੀ ਹਵਾ ਦਾ ਵੀ, ਪਰਮਾਤਮਾ ਦੀ ਹਰ ਇੱਕ ਚੀਜ਼ ਦਾ ਉਹ ਖਿਆਲ ਰੱਖੂਗਾ, ਇਸ ਧਰਤੀ ਦਾ ਵੀ ਖਿਆਲ ਰੱਖੂਗਾ ਉਸ ਤਨ ਦੇ ਰਾਹੀਂ। ਠੀਕ ਹੈ ਜੀ। ਰਸਨਾ ਸੱਚ ਰਾਤੀ। ਦੱਸੋ ਗੁਰੂ ਜੀ, ਰਸਨਾ ਕਿਵੇਂ ਸੱਚੀ ਹੁੰਦੀ ਹੈ? ਕਿਵੇਂ ਪਤਾ ਵੀ ਰਸਨਾ ਸੱਚੀ ਹੋ ਚੁੱਕੀ ਹੈ? ਸੱਚ ਬੋਲਣ ਨਾਲ। ਸੱਚ ਸੁਣ ਆਖ ਵਖਾਣਿਆ। ਸੱਚ ਨੂੰ ਸੁਣ ਕੇ ਆਖ ਵਿਖਿਆਨ ਕਰਦੇ ਨੇ, ਸੱਚ ਦਾ ਹੀ ਵਿਖਿਆਨ ਕਰਦੇ ਨੇ, ਸੱਚੀਆਂ ਗੱਲਾਂ ਨੂੰ ਹੀ ਸੁਣਦੇ ਨੇ। ਜਿਹੜੇ ਪਾਸੇ ਵੀ ਦੇਖਦੇ ਨੇ ਉਹ ਪ੍ਰਭੂ ਦੇ ਰੰਗ ਵਿੱਚ ਹੀ ਰੰਗੇ ਜਾਂਦੇ ਨੇ ਅਤੇ ਉਸ ਦੇ ਗੁਣਾਂ ਦਾ ਹੀ ਕਥਨ ਕਰਦੇ ਨੇ। ਆਖ ਵਿਖਾਣਿਆ, ਉਸ ਦੀ ਹੀ ਗੱਲ ਕਰਦੇ ਨੇ, ਉਸ ਪਰਮਾਤਮਾ ਦੀ। ਮਨਸਾ ਮਾਰ ਸੱਚ ਸਮਾਣੀ। ਪਰ ਸੱਚ ਵਿੱਚ ਕਿਵੇਂ ਸਮਾਇਆ ਜਾਊ? ਗੁਰੂ ਜੀ ਕਹਿੰਦੇ ਮਨਸਾ ਮਾਰ। ਮਨਸਾ ਮਾਰਨ ਦਾ ਕੀ ਮਤਲਬ ਹੁੰਦਾ ਹੈ? ਮਨਸਾ ਮਾਰ ਮਨ ਦੀਆਂ ਅਜੀਬ ਇੱਛਾਵਾਂ ਜਿਹੜੀਆਂ ਅਜੀਬੋ ਗਰੀਬ ਨੇ, ਉਹਨਾਂ ਨੂੰ ਕਾਬੂ 'ਚ ਕਰਕੇ ਹੀ ਸੱਚ 'ਚ ਸਮਾਇਆ ਜਾ ਸਕਦਾ ਹੈ। ਕਿਉਂਕਿ ਉਹ ਚੀਜ਼ਾਂ ਸਾਨੂੰ ਝੂਠ ਵੱਲ ਲੈ ਜਾਂਦੀਆਂ ਨੇ। ਸਾਧੂ ਮੂੰਹ 'ਚੋਂ ਝੂਠ ਵੀ, ਜਿਵੇਂ ਕਿ ਮੰਨ ਲਓ ਕਿਸੇ ਬੱਚੇ ਦੇ 2 ਟੋਫੀਆਂ ਹੋਣ, ਉਹ ਦੋਨੇ ਟੋਫੀਆਂ ਦੇ ਉਹਦਾ ਦੇਣ ਨੂੰ ਜੀ ਨਾ ਕਰੇ ਕਿਸੇ ਦੀ ਬਾਤ ਟੋਫੀ, ਝੂਠ ਬੁਲਾਊਗੀ ਨਾ ਟੋਫੀ ਉਹ। ਤਾਂ ਮਨ ਨੇ, ਮਨਸਾ ਨੇ ਲਾਲਚ ਪੈਦਾ ਕਰਤਾ ਨਾ ਅੰਦਰ, ਤਾਂ ਝੂਠ ਪੈਦਾ ਹੁੰਦਾ। ਫਿਰ ਕੀ ਪੈਦਾ ਹੁੰਦਾ? ਤਾਂ ਮਨ 'ਤੇ ਕੰਟਰੋਲ ਕਰਕੇ, ਲਾਲਚ ਨਾ ਕਰਕੇ ਹੀ ਸੱਚ ਸਮਾਇਆ ਜਾ ਸਕਦਾ। ਗੁਰੂ ਜੀ ਕਹਿੰਦੇ ਮਨਸਾ ਨੂੰ ਮਾਰ। ਇਨ ਮਨ ਡਿੱਠੀ ਸਭ ਆਵਨ ਜਾਣੀ। ਇਨ ਮਨ, ਇਸ ਮਨ ਵਿੱਚ ਦੇਖ। ਇਸ ਮਨ ਵਿੱਚ ਕੀ ਦੇਖ? ਸਭ ਆਵਨ ਜਾਣੀ। ਵੀ ਇਹ ਸਾਰਾ ਸੰਸਾਰ ਆਉਣ ਜਾਣ ਦੇ ਗੇਟ ਲੱਗਿਆ ਹੋਇਆ ਹੈ। ਇੱਥੇ ਕੋਈ ਵੀ ਚੀਜ਼ ਤੇਰੀ ਜਾਂ ਮੇਰੀ ਨਹੀਂ ਹੈ। ਜਿਹਨੂੰ ਮੇਰੀ ਮੇਰੀ ਸਮਝਦੇ ਹੈ ਉਹ ਵੀ ਇੱਕ ਦਿਨ ਚਲੀ ਜਾਂਦੀ ਹੈ। ਇਨ ਮਨ ਡਿੱਠੀ, ਇਸ ਮਨ ਵਿੱਚ ਦੇਖ, ਸਮਝ ਵੀ ਕਿਸੇ ਵੀ ਐਸੇ ਕੰਮ ਲਈ ਉਹ ਕੰਮ ਨਾ ਕਰ ਜੇ ਆਪਾਂ ਸੋਚੀਏ ਹਉਮੈ ਦੇ ਵਿੱਚ ਆ ਕੇ। ਠੀਕ ਹੈ ਜੀ। ਸਤਿਗੁਰ ਸੇਵੇ ਸਦਾ ਮਨ ਨੈ ਚਲ। ਜਦੋਂ ਸੱਚੇ ਗੁਰੂ ਦੀ ਗੱਲ ਨੂੰ ਆਪਣੇ ਜੀਵਨ ਵਿੱਚ ਧਾਰਦੇ ਹਾਂ ਤਾਂ ਸਦਾ ਮਨ ਨੈ ਚਲ, ਤਾਂ ਇਹ ਮਨ ਨਿਹਚਲ ਹੋ ਜਾਂਦਾ ਹੈ ਹਮੇਸ਼ਾ ਹੀ। ਨਿਜ ਘਰ ਵਾਸਾ ਪਾਵਨਿਆ। ਆਪਣੇ ਅਸਲੀ ਘਰ ਵਿੱਚ ਉਸ ਦਾ ਵਾਸ ਹੋ ਜਾਂਦਾ ਹੈ। ਆਪਣੇ ਉਸ ਦਾ ਵਾਸ ਹੋ ਜਾਂਦਾ ਹੈ। ਗੁਰ ਕੈ ਸ਼ਬਦ ਹਿਰਦੈ ਦਿਖਾਇਆ। ਗੁਰੂ ਦੇ ਸ਼ਬਦ ਨੇ ਸਾਨੂੰ ਉਹ ਸੱਚ ਸਾਡੇ ਕਿੱਥੇ ਦਿਖਾਤਾ? ਹਿਰਦੇ ਵਿੱਚ। ਹਿਰਦੇ ਦਾ ਮਤਲਬ ਹਿਰਦਾ, ਦਿਲ, ਸਾਡੇ ਅੰਦਰ ਹੀ ਦਿਖਾਤਾ ਉਸ ਪਰਮਾਤਮਾ ਨੂੰ। ਬਾਹਰ ਭੜਕਣਾਵਾਂ ਬੰਦ ਕਰਤੀਆਂ, ਛੱਡਤੀਆਂ। ਮਾਇਆ ਮੋਹ ਸ਼ਬਦ ਜਲਾਇਆ। ਜਿਹੜਾ ਇਹ ਸਾਡੇ ਅੰਦਰ ਮਾਇਆ ਦਾ ਅਤੇ ਮੋਹ ਦਾ ਪਰਦਾ ਪਿਆ ਹੋਇਆ ਸੀ, ਉਹਨੂੰ ਸ਼ਬਦ ਨੇ ਕੀ ਕਰਤਾ? ਜਲਾ ਦਿੱਤਾ। ਸ਼ਬਦ ਜਲਾਇਆ, ਸ਼ਬਦ ਨੇ ਜਲਾ ਦਿੱਤਾ ਉਸ ਪਰਦੇ ਨੂੰ। ਸੱਚੋ ਸੱਚਾ ਵੇਖ ਸਲਾਹੀ। ਜਦੋਂ ਇਹ ਮਾਇਆ ਮੋਹ ਦੇ ਪਰਦੇ ਜਲ ਜਾਂਦੇ ਨੇ, ਫਿਰ ਉਹ ਸੱਚੋ ਨੂੰ, ਸੱਚੋ ਜਿਹੜਾ ਸੱਚ ਹੈ
ਉਸ ਨੂੰ ਵੇਖ ਕੇ ਉਹਦੇ ਅਨੁਸਾਰ ਉਹਦੀ ਸਲਾਹਨਾ ਕੀਤੀ ਜਾਂਦੀ ਹੈ ਪ੍ਰਮਾਤਮਾ ਤੋਂ। ਤਾਂ ਹੀ ਮੂੰਹ ਚੋਂ ਨਿਕਲਿਆ ਸੀ ਨਾ ਵਾਹਿਗੁਰੂ ਭੱਟਾਂ ਦੇ ਵੀ। ਜਦੋਂ ਪੜਦੇ ਅੱਖਾਂ 'ਚੋਂ ਖੁੱਲ੍ਹੇ, ਪੜਦੇ ਜਲੇ ਮਾਇਆ ਮੋਹ ਦੇ, ਸਮਝ ਪਈ ਗੁਰੂ ਦੇ ਸ਼ਬਦ ਦੀ। ਮੂੰਹ ਚੋਂ ਕੀ ਨਿਕਲਿਆ ਸੀ ਫਿਰ? ਵਾਹਿਗੁਰੂ। ਤਾਂ ਹੀ ਸਾਡੇ ਮੂੰਹ 'ਚੋਂ ਵਾਹਿਗੁਰੂ ਜਾਂ ਪ੍ਰਮਾਤਮਾ ਰੱਬ ਦਾ ਨਾਮ ਨਿਕਲੂਗਾ ਸਹੀ ਤਰੀਕੇ ਨਾਲ ਜਦੋਂ ਸਾਡੇ ਪਰਦੇ ਖਤਮ ਹੋਣਗੇ। ਨਹੀਂ ਤਾਂ ਬਾਕੀ ਸਭ ਕੀ ਰਹਿ ਜੂਗਾ? ਨਹੀਂ, ਝੂਠ। ਜੇ ਪਰਦੇ ਖਤਮ ਨਾ ਹੋਏ ਫਿਰ ਵੀ ਅਸੀਂ ਪ੍ਰਮਾਤਮਾ ਦੇ ਮੰਨਣ ਦਾ ਢੋਂਗ ਕਰਦੇ ਰਹੇ ਤਾਂ ਕੀ ਹੈ? ਸਿਰਫ ਉਹ ਝੂਠ। ਗੁਰ ਸ਼ਬਦੀ ਸੱਚ ਪਾਵਨਿਆ, ਗੁਰੂ ਦੇ ਸ਼ਬਦ ਦੁਆਰਾ ਹੀ ਸੱਚ ਨੂੰ ਪਾਇਆ ਜਾ ਸਕਦਾ ਹੈ। ਜੋ ਸੱਚ ਰਾਤੇ ਤਿਨ ਸੱਚੀ ਲਿਵ ਲਾਗੀ, ਜੋ ਸੱਚ ਵਿੱਚ ਰੰਗੇ ਹੁੰਦੇ ਹਨ, ਪਰਮਾਤਮਾ ਵਿੱਚ ਜੁੜੇ ਹੁੰਦੇ ਹਨ, ਉਹਨਾਂ ਦੀ ਲਿਵ ਵੀ ਸੱਚੀਆਂ ਚੀਜ਼ਾਂ ਵਿੱਚ ਲੱਗੀ ਰਹਿੰਦੀ ਹੈ। ਉਹ ਸੱਚ ਵਿੱਚ ਹੀ ਲੱਗੇ ਰਹਿੰਦੇ ਹਨ, ਭਾਵ ਉਹਨਾਂ ਕਾਰਜਾਂ ਵਿੱਚ ਲੱਗੇ ਰਹਿੰਦੇ ਹਨ ਜਿਹੜੇ ਕਾਰਜ ਗੁਰੂ ਨੇ ਸਾਨੂੰ ਸੌਂਪੇ ਹਨ, ਸਾਨੂੰ ਕਰਨ ਨੂੰ ਕਿਹਾ ਹੈ। ਹਰ ਨਾਮ ਸੰਭਾਲੇ ਸੇਵੜ ਭਾਗੀ, ਜਿਹੜੇ ਉਸ ਪਰਮਾਤਮਾ ਦੇ ਹਰੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਲੈਂਦੇ ਹਨ, ਉਹ ਬੜੇ ਭਾਗਾਂ ਵਾਲੇ ਹੋ ਜਾਂਦੇ ਹਨ। ਉਹ ਕਿਹੜੇ ਭਾਗਾਂ ਵਾਲੇ ਹੋ ਜਾਂਦੇ ਹਨ? ਪਰ ਅਸੀਂ ਵੱਡੇ ਭਾਗਾਂ ਵਾਲੇ ਰੋਜ਼ ਸੁਣਦੇ ਹਾਂ ਵੀ ਇੱਦਾਂ ਹੋ ਜਾਂਦੇ ਆ, ਪਰ ਨਾਮ ਸੰਭਾਲਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਚਾਹੁੰਦੇ ਨਹੀਂ ਸਾਡੇ ਵੱਡੇ ਭਾਗ ਹੋਣ, ਅਸੀਂ ਤਾਂ ਬੁਰੇ ਭਾਗਾਂ ਵਾਸਤੇ ਕੰਮ ਕਰੀ ਜਾਂਦੇ ਸਾਰਾ ਦਿਨ। ਕਿਹੜੇ ਭਾਗਾਂ ਲਈ ਕੰਮ ਕਰਨਾ ਅਸੀਂ ਨੇ? ਕਿਹੜੇ ਭਾਗ ਪ੍ਰਾਪਤ ਲਈ ਕੰਮ ਕਰਨਾ ਅਸੀਂ ਨੇ? ਵੱਡੇ ਭਾਗ ਪ੍ਰਾਪਤ ਕਰਨ ਲਈ। ਫਿਰ ਕੀ ਕਰਨਾ ਅਸੀਂ ਨੇ? ਹਰ ਨਾਮ ਸੰਭਾਲੇ, ਉਸ ਪਰਮਾਤਮਾ ਦੇ ਨਾਮ ਨੂੰ, ਹੁਕਮ ਨੂੰ ਅੰਦਰ ਕੀ ਕਰਾਂਗੇ? ਸੰਭਾਲਾਂਗੇ, ਯਾਦ ਰੱਖਾਂਗੇ ਹਰ ਕਾਰਜ ਕਰਨ ਦੇ ਵਿੱਚ। ਸੱਚਾ ਸ਼ਬਦ ਆਪ ਮਿਲਾਏ, ਸੱਚੇ ਸ਼ਬਦ ਨਾਲ ਪਰਮਾਤਮਾ, ਜਿਹੜਾ ਸੱਚਾ ਸ਼ਬਦ ਹੈ ਨਾ, ਜੋ ਉਹਦੇ ਵਿੱਚ ਜੁੜ ਜਾਂਦੇ ਆ, ਉਹ ਸ਼ਬਦ ਸਾਨੂੰ ਆਪ ਮਿਲਾ ਦਿੰਦਾ ਅੱਗੇ ਪਰਮਾਤਮਾ ਦੇ ਨਾਲ। ਸਤ ਸੰਗਤ ਸੱਚ ਗੁਣ ਗਾਵਨਿਆ, ਸੱਚੀ ਸੰਗਤ ਵਿੱਚ ਰਹਿ ਕੇ ਹੀ ਸੱਚੇ ਦੇ ਗੁਣ ਗਾਏ ਜਾ ਸਕਦੇ ਨੇ, ਭਾਵ ਚੰਗੇ ਕੰਮ ਕੀਤੇ ਜਾ ਸਕਦੇ ਨੇ। ਜੇ ਸੱਚੀ ਸੰਗਤ ਵਿੱਚ ਰਹੀਏ ਤਾਂ ਹੀ ਚੰਗੇ ਕੰਮ ਕਰ ਸਕਦੇ ਹਾਂ, ਤਾਂ ਹੀ ਉਹ ਸੱਚੇ ਦੇ ਗੁਣ ਗਾ ਸਕਦੇ ਹਾਂ। ਲੇਖਾ ਪੜੀਐ ਜੇ ਲੇਖੇ ਵਿੱਚ ਹੋਵੇ, ਲੇਖਾ ਪੜੀਐ ਜੇ ਲੇਖੇ ਵਿੱਚ ਹੋਵੇ। ਹੇ ਭਾਈ, ਉਸ ਪਰਮਾਤਮਾ ਦੀ ਕੁਦਰਤ ਦਾ, ਉਸ ਦੀ ਹਸਤੀ ਦਾ, ਉਸ ਦੇ ਗੁਣਾਂ ਦਾ ਪੂਰਾ ਗਿਆਨ ਪ੍ਰਾਪਤ ਕਰਨ ਦਾ ਯਤਨ ਵਿਅਰਥ ਹੈ। ਉਸ ਦਾ ਸਰੂਪ ਲੇਖਿਆਂ ਤੋਂ ਬਾਹਰ ਹੈ, ਉਹ ਪਹੁੰਚ ਹੈ। ਜੇ ਅਸੀਂ ਇਹ ਸੋਚੀਏ ਕਿ ਮੈਨੇ ਜੋ ਗਿਆਨ ਪ੍ਰਾਪਤ ਕਰ ਲਿਆ ਹੈ, ਬਹੁਤ ਕਰ ਲਿਆ ਜੀ, ਹੁਣ ਤਾਂ ਮਨ ਸਿੱਖਣ ਦੀ ਲੋੜ ਹੀ ਨਹੀਂ ਹੈਗੀ, ਤਾਂ ਗੁਰੂ ਜੀ ਕਹਿੰਦੇ ਇਹ ਤੇਰੇ ਮਨ ਦੀ ਗਲਤ ਫਹਿਮੀ ਹੈ। ਇਹ ਆਪਣੇ ਮਨ ਦੀ ਲੇਖਾ ਪੜੀ ਹੈ ਜੇ ਲੇਖੇ ਵਿੱਚ ਹੋਵੇ। ਭਾਈ ਉਸ ਦਾ ਤੂੰ ਅੰਤ ਤਾਂ ਪਾਏਂਗਾ ਜੇ ਉਹ ਅੰਤ ਦੇ ਵਿੱਚ ਹੋਵੇ, ਉਹਦੇ ਹਿਸਾਬ ਕਿਤਾਬ 'ਚ ਹੋਵੇ। ਤਾਂ ਇੱਥੇ ਗੁਰੂ ਸਾਨੂੰ ਕੀ ਇੰਡੀਕੇਟ ਕਰ ਰਹੇ ਨੇ? ਲਗਾਤਾਰ ਕਿਸ ਪ੍ਰੋਸੈਸ 'ਚ ਹੋ ਜਾ ਤੂੰ? ਸਿੱਖਣ ਵਾਲੇ 'ਚ। ਸਿੱਖੀ ਚੱਲ। ਤਾਂ ਹੀ ਸਾਨੂੰ ਕੀ ਕਿਹਾ ਸੀ? ਸਿੱਖ। ਜੇ ਸਿੱਖਣ ਦੇ ਪ੍ਰੋਸੈਸ 'ਚ ਅਸੀਂ ਲਰਨਰ ਹਾਂ, ਅਸੀਂ ਜਿਹਨੇ ਕਹਿਤਾ ਕਿ ਮੈਨੂੰ ਤਾਂ ਬਹੁਤ ਆਉਂਦਾ, ਉੱਥੇ ਹੀ ਘਾਟਾ ਉਹਦਾ। ਉੱਥੇ ਉਹ ਕਹਿੰਦਾ ਵੀ ਲੇਖੇ, ਤਾਂ ਹੀ ਗੁਰੂ ਜੀ ਕਹਿੰਦੇ ਨਾ, ਲੇਖਾ ਪੜ੍ਹੀ ਹੈ ਜੇ ਲੇਖੇ ਵਿੱਚ ਹੋਵੇ। ਤੂੰ ਤਾਂ ਹਿਸਾਬ ਕਿਤਾਬ ਤਾਂ ਲਾ ਸਕਦਾ ਜੇ ਉਹ ਹਿਸਾਬ ਕਿਤਾਬ 'ਚ ਹੋਵੇ। ਫਿਰ ਤੂੰ ਕਿਉਂ ਰੁਕ ਰਿਹਾ? ਤੂੰ ਪੜ੍ਹੀ ਚੱਲ, ਸਿੱਖੀ ਚੱਲ, ਜਦ ਤੱਕ ਜੀਵਨ ਹੈ ਸਿੱਖੀ ਚੱਲ, ਰੋਜ਼ ਨਵਾਂ ਕੁਛ ਸਿੱਖੀ ਚੱਲ। ਅੰਤ ਤਾਂ ਉਹਦਾ ਕੋਈ ਹੈ ਹੀ ਨਹੀਂ। ਉਹ ਅਗੰਮ ਅਗੋਚਰ ਸ਼ਬਦ ਸੁਧ ਹੋਵੇ। ਕਹਿੰਦੇ ਗੁਰੂ ਜੀ ਕਹਿੰਦੇ ਜਿਹੜਾ ਉਹ ਪ੍ਰਮਾਤਮਾ ਹੈ ਨਾ, ਅਗਮ ਹੈ। ਅਗਮ ਦਾ ਮਤਲਬ ਪਹੁੰਚ ਤੋਂ ਪਰੇ, ਅਗੋਚਰ ਦਾ ਮਤਲਬ ਜੋ ਗਿਆਨ ਇੰਦਰੀਆਂ ਤੋਂ ਪਰੇ। ਠੀਕ ਹੈ ਜੀ। ਸ਼ਬਦ ਸੁਧ ਹੋਵੇ, ਗੁਰੂ ਦੇ ਸ਼ਬਦ ਦੁਆਰਾ ਹੀ ਇਹ ਸੋਝੀ ਮਿਲਦੀ ਹੈ। ਗੁਰੂ ਦੇ ਸ਼ਬਦ ਦੁਆਰਾ ਇਹ ਸੋਝੀ ਮਿਲਦੀ ਹੈ। ਅਨ ਦਿਨ ਸੱਚ ਸ਼ਬਦ ਸਾਲਾਹੀ। ਗੁਰੂ ਜੀ ਕਹਿੰਦੇ ਹਰ ਰੋਜ਼ ਸੱਚੇ ਸ਼ਬਦ ਨੂੰ ਪੜ੍ਹ। ਹਰ ਰੋਜ਼ ਅਨ ਦਿਨ ਸੱਚ, ਜਿਹੜਾ ਸੱਚ ਹੈ ਨਾ, ਸੱਚ ਉਹਦੀ ਸ਼ਬਦ ਦੁਆਰਾ ਜਾਣਕਾਰੀ ਪ੍ਰਾਪਤ ਕਰ।
ਸਲਾਹਨਾ ਦਾ ਮਤਲਬ ਪੜ੍ਹਨਾ, ਗੱਲ ਕਰਨੀ ਕਿਸੇ ਦੀ ਵੀ ਕਾਹਦੇ ਦੁਆਰਾ, ਸ਼ਬਦ ਦੁਆਰਾ, ਸ਼ਬਦ ਵਿੱਚ ਆ ਕੇ ਗੁਰੂ ਦੇ। ਉਸ ਕਿਹਦੀ ਗੱਲ ਕਰਨੀ, ਸੱਚ ਦੀ। ਉਹ ਸੱਚ ਨੂੰ ਰੋਜ਼ ਪੜ੍ਹ, ਉਸ ਸੱਚ ਨੂੰ ਰੋਜ਼ ਸਮਝਣ ਦੀ ਕੋਸ਼ਿਸ਼ ਕਰ, ਕਾਹਦੇ ਦੁਆਰਾ, ਸ਼ਬਦ ਦੁਆਰਾ। ਹਰ ਰੋਜ਼, ਇੱਥੇ ਬਿਨਾਂ ਨਾਗੇ ਕਿਹਾ ਹਰ ਰੋਜ਼ ਜੀ ਸਾਨੂੰ। ਹੋਰ ਕੋਈ ਨਾ ਕੀਮਤ ਪਾਵਨਿਆ, ਇਸ ਤੋਂ ਇਲਾਵਾ ਹੋਰ ਕੋਈ ਤਰੀਕੇ ਨਾਲ ਉਸ ਦੀ ਕੀਮਤ ਦਾ ਪਤਾ ਨਹੀਂ ਲੱਗ ਸਕਦਾ। ਹੋਰ ਕੋਈ ਤਰੀਕਾ ਨਹੀਂ ਹੈ ਉਹਨੂੰ ਸਿੱਖਣ ਦਾ, ਉਹਨੂੰ ਸਮਝਣ ਦਾ। ਹੋਰ ਕੋਈ ਤਰੀਕਾ ਨਹੀਂ ਹੈ। ਇੱਕ ਸਿਰਫ ਪੜ੍ਹਨਾ, ਸ਼ਬਦ ਗਿਆਨ ਹੀ ਇੱਕ ਤਰੀਕਾ ਹੈ ਜਿਹਦੇ ਨਾਲ ਅਸੀਂ ਸੱਚ ਨੂੰ ਸਮਝ ਸਕਦੇ ਹਾਂ। ਜੇ ਗੁਰੂ ਦੇ ਸ਼ਬਦ ਨੂੰ ਪੜ੍ਹਾਂਗੇ, ਪ੍ਰੈਕਟਿਸ ਕਰਾਂਗੇ, ਹੋਰ ਪੜ੍ਹਾਂਗੇ ਤਾਂ ਸਮਝ ਪੈਣੀ ਸਾਨੂੰ ਸ਼ੁਰੂ ਹੋ ਜਾਏਗੀ, ਉਸ ਨਾਲ ਅਸੀਂ ਜੁੜ ਜਾਵਾਂਗੇ। ਪੜ੍ਹ ਪੜ੍ਹ ਥਾਕੇ ਸ਼ਾਂਤ ਨਾ ਆਈ। ਪਰ ਕਈ ਬੰਦੇ ਕਹਿੰਦੇ ਪੜ੍ਹ ਪੜ੍ਹ ਕੇ ਵੀ ਥੱਕ ਗਏ ਪਰ ਅੰਦਰ ਸ਼ਾਂਤੀ ਨਹੀਂ ਆਈ। ਤ੍ਰਿਸ਼ਨਾ ਜਾਲੇ ਸੁਧ ਨਾ ਕਾਈ। ਕਿਉਂ ਨਹੀਂ ਸ਼ਾਂਤੀ ਆਈ? ਕਿਉਂਕਿ ਉਹ ਜਿਹੜਾ ਪੜ੍ਹਨ ਵਾਲਾ ਕੰਮ ਵੀ ਕਰ ਰਹੇ ਸੀ ਉਹ ਤ੍ਰਿਸ਼ਨਾ ਦੇ ਅਧੀਨ ਹੋ ਕੇ ਕਰ ਰਹੇ ਸੀ। ਸਾਨੂੰ ਇਹਦੇ ਥਰੂ ਕੀ ਮਿਲਣ? ਪੈਸੇ। ਜੋ ਪੁਜਾਰੀ ਵਰਗ ਹੈ ਉਸ ਨੂੰ ਵੀ ਸ਼ਾਂਤੀ ਕਿਉਂ ਨਹੀਂ? ਇਹ ਤਾਂ ਰੋਜ਼ ਪੜ੍ਹਦਾ। ਕਿਉਂਕਿ ਉਸ ਦਾ ਪੜ੍ਹਨ ਦਾ ਕਾਰਨ ਕੀ ਹੈ? ਉਸ ਨੂੰ ਪੈਸੇ ਚਾਹੁੰਦਾ ਵੀ ਸਾਨੂੰ ਜਿਹੜੇ ਬੰਦੇ ਆਉਣ ਤਾਂ ਪੈਸੇ ਚੜ੍ਹਾਉਣ, ਉਹ ਇਸ ਲਈ ਪੜ੍ਹਦਾ। ਜਿੰਨੇ ਬਾਬੇ, ਪ੍ਰਚਾਰਕ, ਉਹਨਾਂ ਦਾ ਮਤਲਬ ਕੀ ਹੈ? ਪੈਸੇ ਹੀ ਹੈ ਮਤਲਬ। ਠੀਕ ਹੈ ਜੀ। ਸੁਧ ਨਾ ਕਾਈ, ਸਮਝ ਨਹੀਂ ਆਉਂਦੀ, ਅਵਸਥਾ ਸਾਫ ਸੁਥਰੀ ਨਹੀਂ ਬਣ ਪਾਉਂਦੀ ਕਿਉਂਕਿ ਉਹ ਤ੍ਰਿਸ਼ਨਾ ਅਧੀਨ ਹੋ ਕੇ ਇਹ ਸਾਰੇ ਕੰਮ ਕਰੀ ਜਾਂਦੇ ਨੇ। ਤ੍ਰਿਸ਼ਨਾ ਦੇ ਵਿੱਚ ਐਸੇ ਕੰਮਾਂ ਦੇ ਵਿੱਚ ਲੱਗੇ ਹੋਏ ਹਨ। ਅੱਗੇ ਗੁਰੂ ਜੀ ਕਹਿੰਦੇ ਨੇ, ਬਿਖ ਬਿਹਾਜੇ ਬਿਖ ਮੋਹ ਪਿਆਸੇ। ਉਹ ਬਿਖ ਜ਼ਹਿਰ ਹੀ ਇਕੱਠਾ ਕਰਦੇ ਰਹਿੰਦੇ ਹਨ। ਬਿਖ ਮੋਹ ਪਿਆਸੇ, ਜ਼ਹਿਰ ਦੀ ਹੀ ਮੋਹ ਪਿਆਸ ਉਹਨਾਂ ਨੂੰ ਲੱਗੀ ਰਹਿੰਦੀ ਹੈ। ਕੂੜ ਬੋਲ, ਝੂਠ ਬੋਲਦੇ ਨੇ ਸਾਰਾ ਦਿਨ। ਬਿਖ ਖਾ ਬਣਿਆ, ਝੂਠ ਬੋਲ ਬੋਲ ਕੇ ਜ਼ਹਿਰ ਖਾਂਦੇ ਰਹਿੰਦੇ ਹਨ। ਝੂਠ ਬੋਲਣ ਨੂੰ ਕੀ ਕਿਹਾ ਗੁਰੂ ਜੀ ਨੇ? ਜ਼ਹਿਰ ਖਾਣ ਦੇ ਬਰਾਬਰ। ਹੁਣ ਆਪਾਂ ਵੀ ਜੇ ਬੋਲਦੇ ਹਾਂ ਤਾਂ ਸਮਝ ਲਓ। ਗੁਰ ਪ੍ਰਸਾਦੀ ਏਕੋ ਜਾਣਾ। ਕਹਿੰਦੇ ਗੁਰੂ ਜੀ ਕਹਿੰਦੇ ਮੈਨੇ ਤਾਂ ਗੁਰੂ ਦੀ ਕਿਰਪਾ ਨਾਲ ਉਸ ਇੱਕ ਨਾਲ ਜਾਣ ਪਛਾਣ ਕਰ ਲਈ ਹੈ। ਕਿਹਦੇ ਨਾਲ ਜਾਣ ਪਛਾਣ ਕਰ ਲਈ ਹੈ ਜੀ? ਗੁਰੂ ਜੀ ਕਹਿੰਦੇ ਮੈਨੇ ਤਾਂ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਅਨੁਸਾਰ, ਗੁਰੂ ਦਾ ਪਿਆਰ ਲੈ ਕੇ, ਗੁਰੂ ਦੀ ਨਜ਼ਰ ਲੈ ਕੇ, ਭਾਵ ਗੁਰੂ ਜਦੋਂ ਬੰਦਾ ਗੁਰੂ ਅਨੁਸਾਰ ਜੀਵਨ ਜੀਊਗਾ ਨਜ਼ਰ ਤਾਂ ਮਿਲੂਗੀ ਨਾ। ਕਹਿੰਦੇ ਮੈਂ ਤਾਂ ਇੱਕ ਨਾਲ ਜਾਣ ਪਛਾਣ ਕਰ ਲਈ ਹੈ। ਸਿੰਪਲ ਜੀ ਬਸ। ਹੋਰ ਮੈਂ ਕਿਸੇ ਪਾਸੇ ਨਹੀਂ ਭਟਕਦਾ। ਦੂਜਾ ਮਾਰ, ਜਿਹੜੀ ਦੂਜੇ ਅੰਦਰ ਸੀ ਨਾ ਗੇਮ, ਦੂਜਾ ਮਾਰ, ਦੂਜਾ ਮੋਹ ਮਾਇਆ ਵਿਕਾਰ, ਬਾਹਰ ਦੇਖਿਆ ਉਹ ਐਂ ਕਰਦੇ ਨੇ ਜੀ, ਉਹ ਫਲਾਣਾ ਕਰਦੇ ਨੇ, ਉਹ ਇੱਦਾਂ ਚਾਹੀਦਾ, ਉਹ ਮਾਰਤਾ। ਮਨ ਸੱਚ ਸਮਾਣਾ। ਮਨ ਕੀ 'ਚ ਸਮਾ ਗਿਆ? ਜੋ ਹੈ, ਜੋ ਸਮਝ ਪਈ ਗੁਰੂ ਦੁਆਰਾ, ਉਹ ਸੱਚ 'ਚ ਸਮਾ ਗਿਆ ਵੀ ਹੋਰ ਚੱਕਰ 'ਚ ਹੁਣ ਨਹੀਂ ਪੈਣਾ। ਨਾਨਕ ਜੀ ਕਹਿੰਦੇ ਨੇ, ਇੱਕੋ ਨਾਮ ਵਰਤੈ ਮਨ ਅੰਤਰ। ਹੁਣ ਮੇਰੇ ਮਨ ਵਿੱਚ ਸਿਰਫ ਇੱਕੋ ਨਾਮ ਹੀ ਵਰਤਣਾ ਸ਼ੁਰੂ ਹੋ ਗਿਆ ਹੈ। ਇੱਕ ਰਾਹ ਹੀ ਸ਼ੁਰੂ ਹੋ ਗਿਆ ਹੈ ਮੇਰੇ ਮਨ ਦੇ ਅੰਦਰ। ਗੁਰ ਪ੍ਰਸਾਦੀ ਪਾਵਨਿਆ। ਗੁਰੂ ਦੇ ਕਿਰਪਾ ਨਾਲ ਮੈਨੇ ਪ੍ਰਾਪਤੀ ਕਰ ਲਈ ਹੈ। ਹੁਣ ਇੱਕ ਨਾਮ ਹੀ ਮੇਰੇ ਅੰਦਰ ਚੱਲਣਾ ਸ਼ੁਰੂ ਹੋ ਗਿਆ ਹੈ। ਆਪਾਂ ਵੀ ਕੋਸ਼ਿਸ਼ ਕਰੀਏ, ਇੱਕ ਨਾਮ ਨਾਲ ਜੁੜ ਜਾਈਏ, ਆਪਣੇ ਮਨ ਨੂੰ ਸੱਚ ਨਾਲ ਜੋੜ ਲਈਏ, ਜੋ ਚੰਗੀਆਂ ਚੀਜ਼ਾਂ ਨੇ ਉਹ ਕਰਨੀਆਂ ਸ਼ੁਰੂ ਕਰੀਏ। ਹਰ ਕਾਰਜ ਨੂੰ ਕਰਦੇ ਹੋਏ ਸਾਡੀ ਸੁਰਤੀ ਉਸ ਜਗ੍ਹਾ 'ਤੇ ਹੋਣੀ ਚਾਹੀਦੀ ਹੈ ਤਾਂ ਜੋ ਕਾਰਜ ਸਹੀ ਤਰੀਕੇ ਨਾਲ ਹੋਵੇ। ਠੀਕ ਹੈ ਜੀ। ਅਸੀਂ ਪਾਣੀ ਨੂੰ ਕਿਵੇਂ ਬਚਾਉਣਾ ਹੈ, ਅਸੀਂ ਹਵਾ ਨੂੰ ਕਿਵੇਂ ਬਚਾਉਣਾ ਹੈ, ਇਸ ਧਰਤੀ ਨੂੰ ਕਿਵੇਂ ਸਾਫ਼ ਸੁਥਰਾ ਰੱਖਣਾ ਹੈ। ਖਾ ਪੀ ਕੇ ਬਾਹਰ ਟੋਫੀਆਂ ਦੇ ਕਾਗਜ਼, ਚਾਹੇ ਬਾਥਰੂਮ ਹੈ, ਅਸੀਂ ਉੱਥੇ ਹੀ ਗੇਰ ਦਿੰਦੇ ਹਾਂ।
ਉਹੀ ਲਿਫਾਫੇ ਵਿੱਚ ਵੜੀ ਜਾਂਦੇ ਨੇ ਜਾ ਜਾ ਕੇ। ਠੀਕ ਹੈ ਜੀ, ਜਾ ਕੇ ਅਸੀਂ ਉਹਨੂੰ ਇੱਕ ਪੈਕਟ 'ਚ ਪਾਈਏ, ਕੋਈ ਰੀਸਾਈਕਲ ਹੋਣੇ ਚੀਜ਼ਾਂ ਨੇ, ਅਸੀਂ ਡਸਟਬਿਨ 'ਚ ਪਾਈਏ ਚੀਜ਼ਾਂ ਨੂੰ। ਪਰ ਸਾਨੂੰ ਨਹੀਂ ਫਿਕਰ, ਜਿੱਥੇ ਕੋਈ ਚੀਜ਼ ਗਿਰ ਗਈ ਕੋਈ ਚੱਕਰ ਨਹੀਂ, ਪਈ ਹੈ ਜਦੋਂ ਲੋੜ ਪਊ ਫਿਰ ਲੱਭਾਂਗੇ ਟਾਈਮ 'ਤੇ। ਕਿਉਂ ਨਹੀਂ ਅਸੀਂ ਇਹ ਚੀਜ਼ਾਂ ਨੂੰ ਇੱਕ ਸਿਸਟੇਮੈਟਿਕ ਵੇ ਨਾਲ ਬਣਾਉਂਦੇ, ਆਪਣੀਆਂ ਆਦਤਾਂ ਦੇ ਵਿੱਚ ਇੱਕ ਡਿਸਿਪਲਿਨ, ਇੱਕ ਅਨੁਸ਼ਾਸਨ ਲੈ ਕੇ ਆਉਂਦੇ, ਹਰ ਇੱਕ ਚੀਜ਼ ਦਾ ਇੱਕ ਠਿਕਾਣਾ ਬਣਾਉਂਦੇ। ਇਹ ਆਦਤਾਂ ਹੀ ਸਾਡੇ ਜੀਵਨ ਦਾ ਰਾਹ ਬਦਲਦੀਆਂ ਨੇ। ਅੱਜ ਜੇ ਕੋਈ ਕੁਝ ਨਹੀਂ ਬਣਦਾ ਤਾਂ ਵੀ ਉਹਦੀਆਂ ਆਦਤਾਂ ਸੀਗੀਆਂ। ਅੱਜ ਅਗਰ ਉਹ ਸੰਸਾਰ ਦੇ ਵਿੱਚ ਇੱਜ਼ਤ ਪ੍ਰਾਪਤ ਨਹੀਂ ਕਰ ਰਹੇ ਤਾਂ ਉਹਦੀਆਂ ਆਦਤਾਂ ਨੇ। ਜਿਹੜੇ ਪ੍ਰਾਪਤ ਕਰ ਰਹੇ ਨੇ ਉਹਨਾਂ ਦੀਆਂ ਵੀ ਆਦਤਾਂ ਹੀ ਨੇ, ਕਿਉਂਕਿ ਆਦਤਾਂ ਹੀ ਅਸੀਂ ਬਦਲਣੀਆਂ ਨੇ। ਗੁਰਬਾਣੀ ਸਾਡੀ ਕਿਸ ਚੀਜ਼ ਨੂੰ ਚੇਂਜ ਕਰਦੀ ਹੈ? ਆਦਤਾਂ ਨੂੰ। ਹੁਣ ਅਸੀਂ ਜੇ ਆਪਣੀਆਂ ਪੜ੍ਹ ਕੇ ਵੀ ਉਹ ਗੁਰੂ ਜੀ ਕਹਿੰਦੇ ਆਦਤਾਂ ਨਹੀਂ ਬਦਲੀਆਂ, ਫਿਰ ਤਾਂ ਤ੍ਰਿਸ਼ਨਾ 'ਤੇ ਚਲੋਗੇ। ਪੜ੍ਹੀ ਤਾਂ ਗਏ ਗੁਰਬਾਣੀ ਨੂੰ, ਪਰ ਆਦਤਾਂ ਉਹੀ ਰੱਖੀਆਂ ਆਪਾਂ ਸਾਰਿਆਂ ਨੇ। ਉਹੀ ਸੁਭਾਅ, ਉਹੀ ਕੰਮ ਕਰਨ ਦਾ ਸਟਾਈਲ, ਉਹੀ ਜੀਵਨ ਜੀਣ ਦਾ ਸਟਾਈਲ। ਕੋਈ ਅੰਦਰ ਉਤਸ਼ਾਹ ਨਹੀਂ, ਕੋਈ ਜੋਸ਼ ਨਹੀਂ। 6 ਵਜੇ ਉੱਠਦੇ ਹਾਂ, 7 ਵਜੇ ਫਿਰ ਮੰਜੇ 'ਤੇ ਗਿਰਨ ਦੀ ਕੋਸ਼ਿਸ਼ ਕਰਦੇ ਹਾਂ, ਮਤਲਬ ਅੰਦਰ ਜੋਸ਼ ਹੀ ਨਹੀਂ ਆਉਂਦਾ ਕਿਸੇ ਚੀਜ਼ ਦਾ ਅੰਦਰ। ਇਹ ਚੀਜ਼ਾਂ ਉਤਸ਼ਾਹ ਤੋਂ ਬਿਨਾਂ ਨਹੀਂ ਹੋ ਸਕਦੀਆਂ, ਚਾਹੇ ਮੇਰੀਆਂ ਨੇ ਚਾਹੇ ਕਿਸੇ ਦੀਆਂ ਵੀ ਨੇ। ਜਦ ਤੱਕ ਅੰਦਰ ਇੱਕ ਐਨਰਜੀ ਕ੍ਰੀਏਟ ਨਹੀਂ ਹੁੰਦੀ, ਇੱਕ ਜੋਸ਼ ਕ੍ਰੀਏਟ ਨਹੀਂ ਹੁੰਦਾ ਗੁਰੂ ਦੀ ਬਾਣੀ ਪੜ੍ਹ ਕੇ, ਉਦੋਂ ਤੱਕ ਅਸੀਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰ ਪਾਉਂਦੇ। ਫਿਰ ਪੜ੍ਹ ਗੱਡੀ ਲੱਦੀ ਵਾਲਾ ਕੰਮ ਹੋ ਜਾਵੇ, ਰੋਜ਼ ਗਧੇ ਵਾਂਗੂ ਭਾਰ ਲੱਦੀ ਜਾਵਾਂਗੇ, ਸਾਰੀ ਉਮਰ ਪਾਠ ਵੀ ਕਰੀ ਜਾਵਾਂਗੇ, ਪ੍ਰਾਪਤੀ ਕਿਸੇ ਚੀਜ਼ ਦੀ ਵੀ ਨਹੀਂ ਹੋਣੀ। ਅਗਰ ਸਕੂਲ ਜਾ ਰਹੇ ਹੈ ਤਾਂ ਪੜ੍ਹਨ ਲਈ ਜਾਵੋ, ਟਾਈਮ ਪਾਸ ਲਈ ਨਹੀਂ। ਜੇ ਗੁਰਬਾਣੀ ਪੜ੍ਹ ਰਹੇ ਹੈ, ਆਪਣੇ ਆਪ ਲਈ ਪੜ੍ਹੀਏ ਕਿ ਮੈਨੇ ਆਪਣੇ ਆਪ ਨੂੰ ਕੀ ਕਰਨਾ ਹੈ? ਬਦਲਣਾ ਹੈ। ਕੀ ਕਰਨਾ ਹੈ? ਕੀ ਕਰਨਾ ਹੈ? ਉੱਚੀ ਬੋਲੋ ਮਾੜਾ ਜਿਹਾ। ਬਦਲਣਾ ਹੈ। ਤੇ ਬਦਲਣ ਦੀ ਸ਼ੁਰੂਆਤ ਦਿਖਾਓ ਥੋੜ੍ਹੀ ਜਿਹੀ, ਵੀ ਬਦਲ ਰਹੇ ਹਾਂ। ਮੈਂ ਆਪਣੀ ਦਿਖਾਵਾਂ, ਤੁਸੀਂ ਆਪਣੀ ਦਿਖਾਓ, ਤਾਂ ਹੀ ਪਤਾ ਲੱਗੂ ਨਾ ਅਸੀਂ ਬਦਲ ਰਹੇ ਹਾਂ। ਜਿਵੇਂ ਡੈਡੀ ਸਹਿਜ ਪਾਠ ਕਰਨ ਲੱਗੇ, ਦੇਖੋ ਹੁਣ ਖੰਡੇ ਦੀ ਪੋਹ ਕਿਹਨੇ ਲਿੱਤੀ ਸੀਗੀ? ਕਿੱਥੇ ਨੇ ਕਕਾਰ? ਅੱਜ ਸਿਰਫ ਸ਼ੌਂਕ। ਸਮਝ ਨਹੀਂ ਪਾਏ ਅਸੀਂ ਕਹਾਣੀ ਨੂੰ। ਇਹ ਚੀਜ਼ਾਂ ਸ਼ੌਂਕੀਆਂ ਨਹੀਂ ਹਨ। ਚਲੋ ਪੜ੍ਹੋ, ਆਪਣੇ ਅੰਦਰ ਵਸਾਓ ਅਤੇ ਪਿਆਰ ਪੈਦਾ ਕਰੋ ਗੁਰੂ ਨਾਲ। ਗੁਰੂ ਕੋਈ ਇਤਿਹਾਸ ਦੀਆਂ ਕਹਾਣੀਆਂ ਨਹੀਂ ਹਨ। ਗੁਰੂ ਇਤਿਹਾਸ ਦੀਆਂ ਕਹਾਣੀਆਂ ਨਹੀਂ ਹਨ ਕਿ ਅਸੀਂ ਨੇ ਡੇਟਾਂ ਯਾਦ ਕਰ ਲਈਆਂ, ਅਸੀਂ ਨੇ ਨਾਮ ਯਾਦ ਕਰ ਲਏ, ਅਸੀਂ ਨੇ ਤਰੀਕਾਂ ਯਾਦ ਕਰ ਲਈਆਂ, ਗੱਲ ਖਤਮ, ਅਸੀਂ ਵੱਡੇ ਸਿੱਖ ਬਣ ਗਏ ਗੱਲਾਂ ਕਰਕੇ। ਗੁਰੂਆਂ ਦੀਆਂ ਡੇਟਾਂ, ਕਹਾਣੀਆਂ, ਤਰੀਕਾਂ ਯਾਦ ਕਰਨਾ ਅਸੀਂ ਸਿੱਖ ਨਹੀਂ ਬਣ ਸਕਦੇ। ਕਿਉਂ ਨਹੀਂ ਬਣ ਸਕਦੇ? ਕਿਉਂਕਿ ਐਂ ਤਾਂ ਅਸੀਂ ਬਹੁਤ ਰਾਜਾ ਮਹਾਰਾਜਾ ਦੀ ਡੇਟਾਂ ਵੀ ਯਾਦ ਕਰਦੇ ਹਾਂ। ਜਦੋਂ ਅਸੀਂ ਹਿਸਟਰੀ ਪੜ੍ਹਦੇ ਹਾਂ, ਕਿਤਾਬਾਂ ਪੜ੍ਹਦੇ ਹਾਂ ਆਪਣੇ ਸਕੂਲ ਦੀਆਂ, ਇਹਨਾਂ ਬਹੁਤ ਲੋਕਾਂ ਨੂੰ ਪੜ੍ਹਦੇ ਹਾਂ ਅਸੀਂ ਜਿਵੇਂ ਉਹਨਾਂ ਨੂੰ ਯਾਦ ਕਰਿਆ ਹੋਇਆ, ਉਹਨਾਂ ਡੇਟਾਂ, ਅਕਬਰ ਕਦੋਂ ਹੋਇਆ ਸੀ, ਉਹਦੀਆਂ ਅਸੀਂ ਗੁਰੂਆਂ ਨੂੰ ਯਾਦ ਕਰਿਆ ਹੋਇਆ, ਗੁਰੂ ਦੇ ਜਨਮ ਦਿਨ ਕੀ ਸੀ, ਗੁਰੂ ਦੀ ਜੋਤੀ ਜਦੋਂ ਕਦੋਂ ਸਮਾਏ ਸੀ, ਗੁਰਤਾ ਗੱਦੀ ਦਿਵਸ ਕੀ ਸੀ, ਬਸ ਉੱਦਾਂ ਇਤਿਹਾਸ ਵਾਂਗੂ ਡੇਟਾਂ ਯਾਦ ਕਰ ਲਈਆਂ, ਗੱਲ ਖਤਮ। ਫਿਰ ਤਾਂ ਕਿੰਨਿਆਂ ਨੂੰ ਇਤਿਹਾਸ ਯਾਦ ਹੋਊਗਾ? ਗੁਰੂ ਜੀ ਅਸਲ 'ਚ ਸਾਡੇ ਮਾਰਗਦਰਸ਼ਕ ਸੀਗੇ। ਉਹਨਾਂ ਦਾ ਜੀਵਨ ਪੜ੍ਹ ਕੇ ਅਸੀਂ ਉਹਨਾਂ ਰਾਹਾਂ 'ਤੇ ਚੱਲਣਾ ਸੀ, ਪਰ ਅਸੀਂ ਸਿਰਫ ਉਹਨਾਂ ਨੂੰ ਜਨਰਲ ਨੌਲੇਜ ਦਾ ਇੱਕ ਸਾਧਨ ਬਣਾ ਲਿਆ। ਬਸ ਬਦਲ ਇਹ, ਕਿਉਂਕਿ ਆਪਾਂ ਨੇ ਵੀ ਇੱਕ ਦਿਨ ਇਤਿਹਾਸ 'ਚ ਦਫਨ ਹੋ ਜਾਣਾ ਸਾਰਿਆਂ ਨੇ, ਕਿਸੇ ਨੇ ਨਹੀਂ ਰਹਿਣਾ ਇੱਥੇ, ਨਾ ਕਿਸੇ ਨੇ ਪੁੱਛਣਾ ਵੀ ਕੌਣ ਸੀ ਕੌਣ ਨਹੀਂ। ਠੀਕ ਹੈ ਜੀ, ਜੀਵਨ 'ਚ ਕੁਛ ਕਰੀਏ, ਪਰ ਉਹ ਜੋਸ਼ ਤੋਂ ਬਿਨਾਂ ਨਹੀਂ ਹੋ ਸਕਦਾ। ਅਸਲ ਜੋਸ਼ ਵਾਲੀ ਅੱਗ ਅੰਦਰ ਨਹੀਂ ਨਾ ਬਲਦੀ, ਉਹ ਤਾਂ ਕੁਝ ਵੀ ਨਹੀਂ ਹੋ ਸਕਦਾ। ਗੁਰੂ ਜੀ ਮਾफ़ ਕਰਨ ਗਲਤੀਆਂ ਭੁੱਲਾਂ ਚੁੱਕਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।